ਹਾਜ਼ਰੀ ਜੀ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਅੱਜ ਦਫ਼ਤਰੋਂ ਬਾਹਰ ਕਿਤੇ ਬਹਿ ਕੇ ਪੰਨੂ ਸਾਹਿਬ ਨਾਲ ਗੱਲਬਾਤ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਸੋ ਤੁਸੀਂ ਇਸ ਪ੍ਰੋਗਰਾਮ ਨੂੰ ਜਦੋਂ ਵੀ ਦੇਖ ਰਹੇ ਹੋਵੋਗੇ ਉਹ ਰਿਕਾਰਡਡ ਹੋਏਗਾ। ਉਸ ਤੋਂ ਬਾਅਦ ਦੀ ਜੇ ਕੋਈ ਘਟਨਾ ਹੋਈ ਤਾਂ ਫਿਰ ਉਹਦੇ 'ਚ ਇਨਕਲੂਡ ਨਹੀਂ ਹੋਏਗੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਸ਼ੁਕਰੀਆ ਪੰਨੂ ਸਾਹਿਬ। ਮੈਂ ਜਿਹੜੀ ਗੱਲ ਸਭ ਤੋਂ ਪਹਿਲਾਂ ਤੁਹਾਡੇ ਨਾਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਵਾਹ ਦਿਨਾਂ ਦਾ ਮੋਬਾਇਲ ਜਦੋਂ ਵੀ ਕਿਤੇ ਉੱਥੇ ਸਿੰਘੂ ਬਾਰਡਰ 'ਤੇ ਜਾਂ ਉੱਥੇ ਜਿੱਥੇ ਪ੍ਰੋਟੈਸਟ ਚੱਲਦਾ ਉੱਥੇ ਦੇਖਦੇ ਸੀ ਕਿਸਾਨ ਜਾਂ ਨੌਜਵਾਨ ਕਿਸਾਨ, ਅਤੇ ਉਹਦੇ 'ਤੇ ਇਹ ਆਉਂਦਾ ਸੀ ਵੀ ਨੋ ਇੰਟਰਨੈਟ ਸਰਵਿਸ। ਪਰ ਹੁਣ ਕਹਿੰਦੇ ਵੀ ਭੰਗੜੇ ਪੈਣੇ ਦੁਬਾਰਾ ਸ਼ੁਰੂ ਹੋ ਗਏ ਆ, ਉਹ ਦੁਬਾਰਾ ਇੰਟਰਨੈਟ ਸਰਵਿਸ ਸ਼ੁਰੂ ਹੋ ਗਈ ਆ। ਇਹ ਬੰਦ ਕਰਨ ਦੇ ਫਾਇਦੇ ਨੁਕਸਾਨ ਅਤੇ ਚਲਾਉਣ ਦੇ ਫਾਇਦੇ ਨੁਕਸਾਨ ਥੋੜ੍ਹੇ ਸਮਝਾ ਦਿਓ, ਫਿਰ ਆਪਾਂ ਹੋਰ ਗੱਲਾਂ ਕਰ ਲਾਂਗੇ। ਦੇਖੋ, ਉਦੋਂ ਕੁਛ ਦਿਨ ਇਹੋ ਜਿਹੇ ਸੀ ਜਦੋਂ ਸਰਕਾਰ ਸਮਝਦੀ ਸੀ ਕਿ ਹਾਲਾਤ ਵਿਗੜ ਸਕਦੇ ਆ ਜੀ। ਜਿੱਥੇ ਵੀ ਇਸ ਤਰ੍ਹਾਂ ਦੀ ਗੜਬੜ ਦਾ ਡਰ ਹੋਵੇ, ਸਾਡੇ ਭਾਰਤ ਵਿੱਚ ਵੀ ਬਾਕੀ ਦੇਸ਼ਾਂ 'ਚ ਵੀ ਸਰਕਾਰਾਂ ਇੰਟਰਨੈਟ, ਖਾਸ ਕਰਕੇ ਜਿਹੜਾ ਮੋਬਾਈਲ ਇੰਟਰਨੈਟ ਹੈ ਜੀ, ਇਹ ਸਾਰੀਆਂ ਸਰਵਿਸਿਜ਼ ਰੋਕ ਦਿੰਦੀਆਂ ਹੁੰਦੀਆਂ। ਵਟਸਐਪ ਵੀ ਇਹਦੇ ਵਿੱਚ ਵੱਖ-ਵੱਖ ਐਪ ਵੇਖਣੀਆਂ, ਅਪਲੋਡ ਕਰਨੀਆਂ, ਡਾਊਨਲੋਡ ਕਰਨੀਆਂ, ਸਾਰਾ ਕੁਝ ਰੋਕ ਦਿੰਦੀ ਹੁੰਦੀ ਹੈ ਜੀ। ਬਾਕੀ ਦੇਸ਼ਾਂ 'ਚ ਵੀ ਹੁੰਦਾ, ਸਾਡੇ ਭਾਰਤ ਵਿੱਚ ਵੱਧ ਹੁੰਦਾ। ਸ਼ਾਇਦ ਜੇ ਮੈਂ ਗਲਤ ਨਹੀਂ ਤੇ ਹੁਣ ਤੱਕ ਦੇ ਸਰਵੇਖਣ ਇਹ ਕਹਿੰਦੇ ਆ ਕਿ ਸਭ ਤੋਂ ਵੱਧ ਇਹੋ ਜਿਹੀਆਂ ਪਾਬੰਦੀਆਂ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਗਿਣੇ ਜਾਂਦੇ ਭਾਰਤ ਵਿੱਚ ਲਾਈਆਂ ਜਾਂਦੀਆਂ ਨੇ। ਜੀ। ਇਹੋ ਹੀ ਕਾਰਨ ਸੀ ਕਿ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਪਾਬੰਦੀਆਂ ਬਾਰੇ ਵੀ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਸੀ ਕਿ ਤੁਸੀਂ ਅਨਲਿਮਿਟਡ ਥੋੜ੍ਹਾ ਲਾ ਸਕਦੇ ਜੀ। ਤੁਸੀਂ ਦੱਸੋ ਇੰਨੇ ਸਮੇਂ ਵਾਸਤੇ ਆ, ਔਰ ਜਿਹੜੇ ਉਨੇ ਸਮੇਂ ਵਾਸਤੇ ਲਾਇਆ ਫਿਰ ਤੁਸੀਂ ਇਹ ਕਹਿ ਕੇ ਨਹੀਂ ਵਧਾ ਸਕਦੇ ਕਿ ਇੰਨੇ ਸਮੇਂ ਲਈ ਹੋਰ ਵਧਾਇਆ ਜਾਂਦਾ। ਕਾਰਨ ਵੀ ਦੱਸਣਾ ਪਊਗਾ ਕਿ ਹੋਰ ਕਿਉਂ ਵਧਾਇਆ ਜਾਂਦਾ। ਇਹਦੇ ਬਾਵਜੂਦ 26 ਜਨਵਰੀ ਦੀ ਘਟਨਾ ਤੋਂ ਬਾਅਦ ਹਰਿਆਣੇ ਦੀ ਸਰਕਾਰ ਨੇ 24 ਘੰਟਿਆਂ ਲਈ ਬੰਦ ਕੀਤਾ, ਫਿਰ 24 ਘੰਟਿਆਂ ਲਈ ਬੰਦ ਕੀਤਾ, ਫਿਰ 24 ਘੰਟਿਆਂ ਲਈ ਬੰਦ ਕੀਤਾ, ਫਿਰ 24 ਘੰਟਿਆਂ ਲਈ। ਕਾਰਨ ਕੋਈ ਨਹੀਂ ਦੱਸਿਆ ਜਾ ਰਿਹਾ ਜੀ। ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਸਨ, ਉਹਦੇ ਨਾਲ ਲੋਕਾਂ ਵਿੱਚ ਬੇਵਿਸ਼ਵਾਸੀ ਪੈਦਾ ਹੁੰਦੀ ਨਹੀਂ, ਵੱਧਦੀ ਹੈ। ਬੇਵਿਸ਼ਵਾਸੀ ਤਾਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ 'ਚ ਜੀ, ਪਰ ਇਹਦੇ ਨਾਲ ਵਧਣ ਲੱਗ ਪਈ ਸੀ। ਹੁਣ ਆਖਰਕਾਰ ਸਰਕਾਰ ਦੇ ਮਨ ਵਿੱਚ ਕੀ ਹੈ ਸਾਨੂੰ ਪਤਾ ਨਹੀਂ, ਪਰ ਜੇ ਇਹ ਚਾਲੂ ਕਰ ਦਿੱਤਾ ਗਿਆ ਤਾਂ ਦੇਰ ਆਏ ਦਰੁਸਤ ਆਏ, ਫੈਸਲਾ ਚੰਗਾ। ਅੱਗੇ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹੋ ਜਿਹੀ ਨੌਬਤ ਨਾ ਆਵੇ। ਪਰ ਕਈ ਵਾਰੀ ਹਾਲਾਤ ਇੱਦਾਂ ਦੇ ਆ, ਕਿਸਾਨ ਆਪਣੀ ਹੋਂਦ ਦੀ, ਆਪਣੇ ਭਵਿੱਖ ਦੀ ਲੜਾਈ ਲੜਦੇ ਪਏ ਆ ਜੀ। ਸਰਕਾਰ ਉਹਨਾਂ ਨੂੰ ਰੋਕਣਾ ਚਾਹੁੰਦੀ ਹੈ। ਇਸ ਕਸ਼ਮਕਸ਼ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਗਏ ਸੀ ਕਿ ਸਰਕਾਰ ਨੂੰ ਲੱਗਦਾ ਸੀ ਗੜਬੜ ਹੋ ਸਕਦੀ ਹੈ, ਪਰ ਹੁਣ ਜੇ ਚਾਲੂ ਕਰ ਦਿੱਤਾ ਗਿਆ ਇਹਦਾ ਸਵਾਗਤ ਹੀ ਕੀਤਾ ਜਾਣਾ ਠੀਕ ਬਣਦਾ। ਅੱਗੇ ਤੋਂ ਨਾ ਇਹੋ ਜਿਹੀ ਨੌਬਤ ਆਵੇ ਤਾਂ ਚੰਗਾ ਰਹੇਗਾ। ਜੀ। ਦੂਜੀ ਅੱਜ ਦੀ ਅਹਿਮ ਘਟਨਾ ਜਿਹੜੀ ਪੰਨੂ ਸਾਹਿਬ ਇਹ ਹੈ ਕਿ ਵੀ ਕਿਉਂਕਿ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਪਿਆ ਅਤੇ ਸੈਸ਼ਨ ਦੇ ਵਿੱਚ ਅੱਜ ਦੇਸ਼ ਦੇ ਮੁਖੀ ਪ੍ਰਧਾਨ ਮੰਤਰੀ ਸਾਹਿਬ ਨੇ ਸੰਬੋਧਨ ਕੀਤਾ ਰਾਜ ਸਭਾ 'ਚ। ਉੱਥੇ ਕਿਹੜੀਆਂ ਉਹਨਾਂ ਨੇ ਗੱਲਾਂ ਟੱਚ ਕੀਤੀਆਂ ਨੇ ਅਤੇ ਉਹਨਾਂ ਗੱਲਾਂ ਤੋਂ ਇਸ਼ਾਰੇ ਕੀ ਮਿਲਦੇ ਆ ਅਤੇ ਜਾਪਦਾ ਕੀ ਆ ਵੀ ਫਿਊਚਰ ਕੀ ਹੋ ਸਕਦਾ। ਮੈਂ ਪ੍ਰਧਾਨ ਮੰਤਰੀ ਦੀ ਸਾਰੀ ਤਕਰੀਰ ਸੁਣੀ ਆ ਅਤੇ ਮੈਂ ਸਾਰੀਆਂ ਗੱਲਾਂ ਨਹੀਂ ਕਰਨੀਆਂ। ਜੀ। ਕੁਝ ਮੁੱਦੇ ਸਾਡੇ ਨਾਲ, ਪੰਜਾਬ ਨਾਲ ਜਾਂ ਕਿਸਾਨਾਂ ਨਾਲ ਜਿਹੜੇ ਸੰਬੰਧਿਤ ਹੈ, ਮੈਂ ਉਹਨਾਂ ਦੀ ਗੱਲ ਕਰੂੰ। ਇੱਕ ਤਾਂ ਪ੍ਰਧਾਨ ਮੰਤਰੀ ਨੇ ਇਹਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਤੋਂ ਲੈ ਕੇ ਚੌਧਰੀ ਚਰਨ ਸਿੰਘ ਤੱਕ ਕਈਆਂ ਦਾ ਜ਼ਿਕਰ ਕੀਤਾ। ਜੀ। ਇਹ ਆਖਿਆ ਉਹ ਵੀ ਕਿਸਾਨਾਂ ਬਾਰੇ ਫਿਕਰਮੰਦ ਸੀ, ਤਜਰਬੇ ਕਰਨਾ ਚਾਹੁੰਦੇ ਸੀ। ਅਤੇ ਫਿਰ ਉਹਨੇ ਆਖਿਆ ਉਹ ਸਾਹਮਣੇ ਬੈਠੇ ਆ ਡਾਕਟਰ ਮਨਮੋਹਨ ਸਿੰਘ ਹੋਰੀ, ਇਹ ਵੀ ਕਹਿੰਦੇ ਸੀ ਖੇਤੀ 'ਚ ਬਦਲਾਅ ਹੋਣਾ ਚਾਹੀਦਾ, ਕਿਸਾਨਾਂ ਨੂੰ ਕੁਝ ਗੱਲਾਂ ਬਦਲਣੀਆਂ ਚਾਹੀਦੀਆਂ ਨੇ, ਇੱਕੋ ਲਈ ਤਾਂ ਸਾਰੀ ਉਮਰ ਨਹੀਂ ਚੱਲਿਆ ਜਾ ਸਕਦਾ। ਹੁਣ ਕਹਿੰਦੇ ਮੈਂ ਕਰਦਾ ਅਤੇ ਮੇਰਾ ਵਿਰੋਧ ਕੀਤਾ ਜਾ ਰਿਹਾ। ਇਹ ਉਹਨਾਂ ਨੇ ਪੁਰਾਣੇ ਜਿਹੜੇ ਮੁੱਦੇ ਸੀ ਉਹ ਉਖਾੜ ਕੇ ਇੱਕ ਤਰ੍ਹਾਂ ਦੇ ਮਿਹਣੇ ਦੇਣ ਦਾ ਕੰਮ ਕੀਤਾ। ਜਿਹੜਾ ਪ੍ਰਧਾਨ ਮੰਤਰੀ ਨਾ ਕਰੇ ਤਾਂ ਜ਼ਿਆਦਾ ਚੰਗਾ ਹੁੰਦਾ। ਪ੍ਰਧਾਨ ਮੰਤਰੀ ਦਾ ਇੱਕ ਲੈਵਲ, ਇੱਕ ਪੱਧਰ ਗਿਣਿਆ ਜਾਂਦਾ, ਜੀ। ਉਸ ਲੈਵਲ ਦੀਆਂ ਗੱਲਾਂ ਨਹੀਂ ਸੀ। ਦੂਜਾ ਉਹਨਾਂ ਨੇ ਆਖਿਆ ਕਿ ਕਿਸਾਨਾਂ ਦੇ ਨਾਲ ਮੈਂ ਹਮੇਸ਼ਾ ਗੱਲਬਾਤ ਕਰਨ ਨੂੰ ਤਿਆਰ ਹਾਂ। ਇਹ ਸਾਨੂੰ ਆਖਿਆ ਜਾਂਦਾ ਕਿ ਗੱਲਬਾਤ ਕਰੋ, ਮੁੱਦਾ ਗੱਲਬਾਤ ਤਾਂ ਥੋੜ੍ਹਾ, ਮੁੱਦਾ ਤਾਂ ਇਹ ਹੈ ਕਿ ਅਸੀਂ ਕੀਤਾ ਕੀ ਆ ਅਤੇ ਚਾਹੁੰਦੇ ਕੀ ਆ। ਜੀ। ਅਸੀਂ ਚਾਹੁੰਦੇ ਹਾਂ ਕਿ ਖੇਤੀ 'ਚ ਸੁਧਾਰ ਹੋਣ। ਉਹ ਕਹਿੰਦੇ ਤੁਹਾਡਾ ਸੁਧਾਰਾਂ ਬਾਰੇ ਇੱਦਾਂ ਜੇ ਨਹੀਂ ਤਸੱਲੀ ਤਾਂ ਆ ਕੇ ਦੱਸਣ, ਆਪਣਾ ਕੋਈ ਪੱਖ ਪੇਸ਼ ਕਰਨ। ਇਹ ਗੱਲ ਕਹਿ ਕੇ ਪ੍ਰਧਾਨ ਮੰਤਰੀ ਨੇ ਸਾਰੀ ਪੰਡ ਆਪਣੇ ਸਿਰੋਂ ਲਾ ਕੇ ਉਹਨਾਂ ਦੇ ਉੱਤੇ ਸੁੱਟਣ ਦਾ ਯਤਨ ਕੀਤਾ। ਜੀ। ਜਿਹੜਾ ਕੋਈ ਬਹੁਤਾ ਵਜ਼ਨਦਾਰ ਨਹੀਂ। ਉਹਦੇ ਵਿੱਚ ਪ੍ਰਧਾਨ ਮੰਤਰੀ ਦੀਆਂ ਭਾਸ਼ਣ ਦੇ ਤੌਰ 'ਤੇ ਦਲੀਲਾਂ ਜ਼ੋਰਦਾਰ ਨੇ, ਪਰ ਜੇ ਮੁੱਦਿਆਂ ਦੇ ਪੱਖ ਤੋਂ ਵੇਖੀਏ ਤੇ ਵਿੱਚ ਦਲੀਲ ਹੀ ਕੋਈ ਨਹੀਂ ਲੱਭਦੀ ਪਈ। ਜੀ। ਇਹ ਆਖਣਾ ਫਲਾਣੇ ਪ੍ਰਧਾਨ ਮੰਤਰੀ ਨੇ ਕੀਤਾ ਸੀ ਇਸ ਕਰਕੇ ਮੈਂ ਕਰਦਾ, ਇਹ ਤਾਂ ਕੋਈ ਦਲੀਲ ਨਹੀਂ। ਜਿਹੜੇ ਅੱਡ ਅੱਡ ਮੁੱਦੇ ਆ ਵੀ ਤੁਸੀਂ ਮੰਡੀਆਂ ਦਾ ਸਿਸਟਮ ਕਿਉਂ ਖਤਮ ਕਰਨਾ ਚਾਹੁੰਦੇ ਹੋ,
ਕਹਿੰਦੇ ਡਾਕਟਰ ਮਨਮੋਹਨ ਸਿੰਘ ਕਹਿੰਦੇ ਸੀ ਲੋਕਾਂ ਨੂੰ ਖੁੱਲੀ ਮੰਡੀ ਦਾ ਆਪਣੀ ਫਸਲ ਵੇਚਣ ਦੀ ਆਜ਼ਾਦੀ ਦੇਣਾ ਚਾਹੁੰਦੇ ਆ ਜੀ। ਉਹਨੇ ਕਿਹਾ ਸੀ, ਪਰ ਜਦੋਂ ਉਹਨੇ ਕਿਹਾ ਸੀ ਕਿ ਤੁਹਾਡੀ ਭਾਰਤੀ ਜਨਤਾ ਪਾਰਟੀ ਸਹਿਮਤ ਸੀ, ਉਦੋਂ ਤਾਂ ਸੁਸ਼ਮਾ ਸਵਰਾਜ ਪਾਰਲੀਮੈਂਟ 'ਚ ਇਹ ਕਹਿੰਦੀ ਸੀ ਭਾਜਪਾ ਵੱਲੋਂ ਕਿ ਆਦਿ ਕਾਲ ਤੋਂ ਲੈ ਕੇ ਆੜਤੀਏ ਜਿਹੜੇ ਆ ਉਹ ਕਿਸਾਨਾਂ ਦਾ ATM ਹੁੰਦੇ ਤੇ ਤੁਸੀਂ ਇਹਨਾਂ ਨੂੰ ਖਤਮ ਕਿਉਂ ਕਰਦੇ ਹੋ ਜੀ। ਅੱਜ ਤੁਸੀਂ ਆਪ ਆੜਤੀਆਂ ਦਾ ਸਿਸਟਮ ਖਤਮ ਕਰਨ ਲੱਗੇ। ਉਦੋਂ ਅਰੁਣ ਜੇਤਲੀ ਸੀਗਾ ਰਾਜ ਸਭਾ 'ਚ ਲੀਡਰ, ਉਹਨੇ ਵੀ ਇਹਦਾ ਵਿਰੋਧ ਕੀਤਾ ਸੀ। ਜੇ ਤੁਹਾਡੀ ਉਹ ਪਾਰਟੀ ਉਹਦਾ ਵਿਰੋਧ ਕਰਦੀ ਸੀ ਤੇ ਅੱਜ ਉਦੋਂ ਦੀਆਂ ਮਨਮੋਹਨ ਸਿੰਘ ਦੀਆਂ ਗੱਲਾਂ ਦਾ ਹਵਾਲਾ ਦੇ ਕੇ ਤੁਸੀਂ ਉਹ ਕੁਝ ਕਿਉਂ ਕਰਨਾ ਚਾਹੁੰਦੇ ਹੋ ਜਿਹਦਾ ਤੁਹਾਡੀ ਪਾਰਟੀ ਵਿਰੋਧ ਕਰਦੀ ਰਹੀ ਹੈ? ਇਹਦੀ ਕੋਈ ਦਲੀਲ ਨਹੀਂ। ਤੀਜਾ, ਉਹਨੇ ਕੰਟਰੈਕਟ ਫਾਰਮਿੰਗ ਬਾਰੇ ਸਮਝੌਤੇ ਨਾਲ ਜਿਹੜੀ ਖੇਤੀ ਜਾਂਦੀ ਹੈ, ਐਗਰੀਮੈਂਟ ਨਾਲ ਖੇਤੀ ਜਿਹੜੀ ਕੀਤੀ ਜਾਂਦੀ ਹੈ ਜੀ, ਉਹਦੇ ਬਾਰੇ ਗੱਲ ਬਹੁਤੀ ਟੱਚ ਕੀਤੀ ਨਹੀਂ, ਬੁਲਾਵਾ ਪਾ ਕੇ ਨਿਕਲ ਗਿਆ। ਜਿਹੜੀਆਂ ਫਸਲਾਂ ਦੇ ਵਿੱਚ ਜਿਨਸਾਂ ਦੀ ਇਹ ਖੁੱਲ੍ਹ ਦੇ ਦੇਣੀ ਆ ਕਿ ਜਿਹੜੀ ਚੀਜ਼ ਮਰਜ਼ੀ ਸਟੋਰ ਜਿੰਨੀ ਮਰਜ਼ੀ ਕੋ ਕਰ ਲਵੇ, ਉਹਦੇ ਬਾਰੇ ਵੀ ਪ੍ਰਧਾਨ ਮੰਤਰੀ ਗੱਲ ਗੋਲ ਕਰ ਗਏ। ਇੱਕ MSP ਬਾਰੇ ਆਖਿਆ ਕਿ MSP ਨਾ ਬੰਦ ਹੋਈ ਆ, ਨਾ ਕਰਨੀ ਆ, ਨਾ ਕਦੇ ਕਰਾਂਗੇ, ਇਹ ਤਾਂ ਚੱਲਦੀ ਰਹੇਗੀ ਜੀ। ਪਰ ਜਿਹੜੀ ਗੱਲ ਇਹ ਸੀ ਕਿ ਉਹ ਬਾਅਦ ਵਿੱਚ ਰਕੇਸ਼ ਟਕੈਤ ਨੇ ਉਸੇ ਵੇਲੇ ਕਹਿ ਤਾ, ਕਹਿੰਦਾ ਅਸੀਂ ਕਦੋਂ ਆਖਿਆ ਤੁਸੀਂ MSP ਬੰਦ ਕਰਨ ਲੱਗੇ ਹੋ? ਅਸੀਂ ਤਾਂ ਕਹਿੰਦੇ ਹਾਂ ਕਿ ਕਿਸੇ ਵਕਤ ਵੀ ਬੰਦ ਹੋ ਸਕਦੀ ਹੈ, ਤੁਹਾਡੀ ਸਰਕਾਰ ਕਰੇ ਜਾਂ ਕੋਈ ਹੋਰ ਕਰੇ। ਅਸੀਂ ਕਹਿੰਦੇ ਇਹਨੂੰ ਕਾਨੂੰਨੀ ਦਰਜਾ ਦੇ ਦਿਓ। ਇਹ ਗੱਲ ਸੱਚੀ ਹੈ ਕਿ 1966-67 ਤੋਂ ਲੈ ਕੇ ਅੱਜ ਤੱਕ MSP ਇੱਕ ਰਵਾਇਤ ਦੇ ਤੌਰ ਤੇ ਲਾਗੂ ਹੁੰਦੀ ਰਹੀ ਹੈ ਜੀ। ਕਾਨੂੰਨੀ ਦਰਜਾ ਤਾਂ ਹੈ ਹੀ ਕੋਈ ਨਹੀਂ। ਜਦੋਂ ਮਰਜ਼ੀ ਕੋਈ ਆ ਕੇ ਸਰਕਾਰ ਆਖੇ ਜੀ ਰਵਾਇਤ ਆਪਣੀ ਤਾਂ ਅਸੀਂ ਨਹੀਂ ਲਾਗੂ ਕਰਦੇ, ਫਿਰ ਕਿਸਾਨ ਕੀ ਕਰਨਗੇ? ਇਹਦੀ MSP ਜਿਹੜੀ ਆ ਤੁਸੀਂ ਇਹਨੂੰ ਕਾਨੂੰਨੀ ਸ਼ਕਲ ਦੇ ਦਿਓ ਕਿ ਹਰ ਵਾਰੀ ਜਾਰੀ ਕਰਨੀ ਹੈ। ਉਹਦੇ ਬਾਰੇ ਪ੍ਰਧਾਨ ਮੰਤਰੀ ਨੇ ਕੋਈ ਗੱਲ ਨਹੀਂ ਕੀਤੀ। ਇਹਨਾਂ ਕਹਿ ਤਾਂ MSP ਸੀ, ਹੈ ਤੇ ਰਹੇਗੀ, ਪਰ ਕਾਨੂੰਨੀ ਸ਼ਕਲ ਬਾਰੇ ਉਹ ਗੱਲ ਗੋਲ ਕਰ ਗਏ। ਇੱਕ ਮੁੱਦਾ ਉਹਨਾਂ ਨੇ ਆਖਿਆ ਕਿ ਸਿੱਖਾਂ ਬਾਰੇ ਬਹੁਤ ਕੁਝ ਆਖਿਆ ਗਿਆ। ਮੈਂ ਤਾਂ ਪੰਜਾਬ 'ਚ ਰਿਹਾ, ਮੈਂ ਪੰਜਾਬ ਦਾ ਅਨਾਜ ਖਾਧਾ, ਪੰਜਾਬ ਦੀ ਰੋਟੀ ਖਾਧੀ ਹੈ। ਸਿੱਖ ਬੜੇ ਦੇਸ਼ ਭਗਤ ਨੇ, ਸਿੱਖਾਂ ਦੀਆਂ ਕੁਰਬਾਨੀਆਂ ਨੇ। ਨਾਲ ਕਾਂਗਰਸ ਬਾਰੇ ਮਿਹਣਾ ਦੇ ਦਿੱਤਾ ਕਿ ਦੇਖੋ 1984 'ਚ ਕੀ ਹੋਇਆ ਸੀ। ਹੁਣ ਇਹ ਗੱਲਾਂ ਕਰਕੇ ਤੇ ਪ੍ਰਧਾਨ ਮੰਤਰੀ ਸਾਹਿਬ ਇਸ ਗੱਲ ਨੂੰ ਗੋਲ ਕਰ ਗਏ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਜੀ, ਉਦੋਂ ਗੁਜਰਾਤ ਵਿੱਚ ਸਿੱਖਾਂ ਨਾਲ ਕੀ ਹੋਇਆ ਸੀ। ਇਸ ਗੱਲ ਨੂੰ ਵੀ ਗੋਲ ਕਰ ਗਏ ਕਿ ਜੋ 1984 'ਚ ਹੋਇਆ ਉਹਦੇ ਵਿੱਚ ਭਾਜਪਾ ਦੇ ਲੀਡਰਾਂ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦਾ ਕੀ ਰੋਲ ਸੀ, ਉਹਨਾਂ ਦੀ ਪਾਰਟੀ ਦਾ ਪੰਜਾਬ 'ਚ ਕੀ ਰੋਲ ਸੀ। ਇਹਨੂੰ ਵੀ ਗੋਲ ਕਰ ਗਏ। ਉਹ ਸਾਰੀਆਂ ਗੱਲਾਂ ਗੋਲ ਕਰਕੇ ਆਪਣੀ ਗੱਲ ਕਹਿ ਗਏ। ਜੇ ਦੂਸਰੇ ਪਾਸਿਓਂ ਕਿਸੇ ਨੇ ਦਲੀਲ ਦੇਣੀ ਹੋਵੇ ਤੇ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਗੁਜਰਾਤ ਦੇ ਜਿਹੜੇ ਸਿੱਖ ਕਿਸਾਨ ਆ ਉਹਨਾਂ ਨੂੰ ਜਿਹੜੇ ਮੈਸੇਜ ਦੇ ਕੇ ਡਰਾਇਆ ਜਾ ਰਿਹਾ, ਔਰ ਜਿੱਦਾਂ ਇੱਥੇ ਕੰਗਣਾ ਸਾਰਿਆਂ ਨੂੰ ਕਦੇ ਖਾਲਿਸਤਾਨੀ ਤੇ ਕਦੇ ਅੱਤਵਾਦੀ ਕਹਿੰਦੀ ਆ ਜੀ, ਉੱਥੇ ਬਾਜ਼ਾਰਾਂ 'ਚ ਜਾਂਦੇ ਸਿੱਖਾਂ ਨੂੰ ਵੇਖ ਕੇ ਆਖਿਆ ਜਾਂਦਾ ਖਾਲਿਸਤਾਨੀ ਤੇ ਅੱਤਵਾਦੀ। ਉਹ ਤੇ ਗੁਜਰਾਤ ਵਿੱਚ ਅੱਜ ਵੀ ਵਾਪਰ ਰਿਹਾ। ਇਹਨਾਂ ਸਾਰੀਆਂ ਗੱਲਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਗੋਲ ਕਰ ਗਏ। ਉਹਨਾਂ ਨੇ ਮੋੜ ਘਿੜ ਕੇ ਇੱਥੇ ਗੱਲ ਮੁਕਾਈ ਹੈ ਕਿ ਦੇਸ਼ ਭਗਤਿਆਂ ਸਾਰੇ ਰਲ ਮਿਲ ਕੇ ਚੱਲਣਾ ਚਾਹੀਦਾ। ਰਲ ਮਿਲ ਕੇ ਚੱਲਣਾ ਹੋਵੇ ਤੇ ਫਿਰ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ। ਉਹਨੇ ਮੁੱਦਿਆਂ ਦੀ ਗੱਲ ਨਹੀਂ ਕੀਤੀ। ਉਹ ਸਭ ਇਹ ਚੀਜ਼ ਬੜਾ ਵੱਡਾ ਇਸ਼ੂ ਬਣ ਗਿਆ ਕਿ ਜਦੋਂ ਆਪਾਂ MSP ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ MRP ਦੀ ਗੱਲ ਕਰ ਲਓ, ਕਿਉਂਕਿ MSP ਬੜੀ ਥੱਲੇ ਰਹਿੰਦੀ ਆ ਤੇ ਜਦੋਂ ਉਹਦੇ ਤੋਂ ਵੀ ਥੱਲੇੋਂ ਚੀਜ਼ਾਂ ਖਰੀਦ ਕੇ ਜਿਣਸਾਂ ਖਰੀਦ ਕੇ ਤੇ MRP ਨੂੰ ਬਹੁਤ ਚੜ੍ਹਾ ਕੇ ਤਿੱਗਣੇ ਚੌਗਣੇ ਦਾਮ ਦੇ ਉੱਪਰ ਵੇਚਿਆ ਜਾਂਦਾ, ਉਹ ਜਿਹੜਾ ਸਾਰੇ ਦਾ ਸਾਰਾ ਬੋਝ ਆ ਉਹ ਤੇ ਆਮ ਲੋਕਾਂ ਦੀ ਜੇਬ ਤੇ ਪੈਂਦਾ। ਤੇ ਜੇ MSP ਉਹਨੂੰ ਕਾਨੂੰਨੀ ਸ਼ਕਲ ਦੇ ਕੇ ਸਰਕਾਰ ਕਹਿੰਦੀ ਸਾਡਾ ਜ਼ਿਆਦਾ ਖਰਚਾ ਹੋਣਾ ਤੇ 100 ਰੁਪਇਆ ਘਟਾ ਲੈਣ, ਘੱਟੋ ਘੱਟ ਇਹ ਤਾਂ ਨਹੀਂ ਹੋਊਗਾ ਵੀ 1850 ਵਾਲੀ ਮਕਈ 600 ਨੂੰ ਤਾਂ ਨਹੀਂ ਵਿਕੂਗੀ। 1850 ਦੀ ਵੀ ਤੁਸੀਂ 1700 ਦੇ ਦਿਓ, 1600 ਦੇ ਦਿਓ, ਪਰ ਪੱਕਿਆ ਤੇ ਕਰ ਦਿਓ। ਇਹਦੇ 'ਚ ਜਿਹੜਾ ਉਹ MSP ਤੇ MRP ਦੇ ਡਿਫਰੈਂਸ ਨੂੰ ਦੂਰ ਕਰਨ ਲਈ ਸਰਕਾਰ ਰਾਜ਼ੀ ਨਹੀਂ ਆ। ਇਹਦੇ ਪਿੱਛੇ ਪ੍ਰੈਸ਼ਰ ਕਿਹੜਾ ਜਿਹੜਾ ਤੁਹਾਨੂੰ ਜਾਪਦਾ ਕਿ ਜ਼ਿਆਦਾ ਤੰਗ ਕਰ ਰਿਹਾ ਵੀ ਨਹੀਂ ਇਸ ਪਾਸੇ ਜਾਣਾ ਹੀ ਪੈਣਾ? ਮੇਨਕਾ ਗਾਂਧੀ ਤਾਂ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟ ਮੈਂਬਰ ਆ ਜੀ। ਉਹਨੇ ਇੱਕ ਲੇਖ ਲਿਖਿਆ ਇਸੇ ਹਫ਼ਤੇ ਅਖਬਾਰਾਂ 'ਚ। ਉਹ ਕਹਿੰਦੀ ਆ ਕਿ ਦੇਸ਼ ਵਿੱਚ ਸ਼ਹਿਦ ਦੇ ਜਿਹੜੀਆਂ ਮੱਖੀਆਂ ਨੇ, ਸ਼ਹਿਦ ਦੀਆਂ ਮੱਖੀਆਂ ਘਟ ਗਈਆਂ ਨੇ, ਗਿਣਤੀ ਘਟ ਗਈ ਹੈ ਜੀ, ਪਰ ਸ਼ਹਿਦ ਦੀ ਪ੍ਰੋਡਕਸ਼ਨ ਵੱਧ ਗਈ। ਉਹ ਕਿੱਥੋਂ ਆ ਰਿਹਾ? ਉਹ ਕਹਿੰਦੀ ਇੱਕ ਡਾਊਨ ਟੂ ਅਰਥ ਨਾਂ ਦੀ ਸੰਸਥਾ ਨੇ ਸ਼ਹਿਦ ਵਿੱਚ ਮਿਲਾਵਟ ਕਰਕੇ ਤੇ ਟੈਸਟ ਕਰਾਇਆ ਗੁਜਰਾਤ ਦੀ ਲੈਬੋਰਟਰੀ 'ਚੋਂ ਜੀ, ਤੇ 100% ਸਹੀ ਮੰਨਿਆ ਗਿਆ। ਉਹ ਟੈਸਟ ਹੋਰ ਲੈਬੋਰਟਰੀ 'ਚੋਂ ਕਰਾਇਆ ਤੇ ਪਤਾ ਲੱਗ ਗਿਆ ਮਿਲਾਵਟ ਹੈ। ਉਹ ਕਹਿੰਦੀ ਉਹਨਾਂ ਨੂੰ ਚੀਨ ਵਾਲਿਆਂ ਨੇ ਆਖਿਆ ਸੀ ਕਿ ਇੱਦਾਂ ਦੀ ਮਿਲਾਵਟ ਕਰੋ ਤੇ ਗੁਜਰਾਤ ਦੀ ਫਲਾਨੀ ਲੈਬ ਤੋਂ ਟੈਸਟ ਕਰੋ ਤਾਂ ਸਭ ਠੀਕ ਹੋ ਜਾਂਦਾ ਜੀ। ਇਸੇ ਤਰ੍ਹਾਂ ਹੀ ਜਿੱਦਾਂ ਉਹ ਸਰਕਾਰ ਦੀਆਂ ਲੈਬ ਨੇ, ਗੁਜਰਾਤ ਵਾਲੀ ਹੋਵੇ ਜਾਂ ਕੋਈ ਹੋਰ ਜੀ, ਉਹਦੇ ਉੱਤੇ ਤੇ ਮੇਨਕਾ ਗਾਂਧੀ ਨੇ ਦੋਸ਼ ਲਾਇਆ ਜਿਹੜੀ ਭਾਜਪਾ ਦੀ ਆਪਣੀ MP ਹੈ। ਬਾਕੀ ਥਾਵਾਂ ਦੇ ਉੱਤੇ ਵੀ ਜੋ ਕੁਛ ਹੁੰਦਾ, ਕਦੇ ਕਿਸੇ ਨੇ ਪੁੱਛਿਆ ਕਿ ਜੇ 800 ਰੁਪਏ ਮੱਕੀ ਇਸ ਵਾਰੀ ਵਿਕੀ ਹੈ ਤੇ ਉਹਦੇ ਜਿਹੜੇ ਪੌਪਕੌਰਨ ਨੇ ਫੁੱਲੇ ਨੇ ਉਹ 250 ਰੁਪਏ ਕਿਲੋ ਕੇ ਵਿਕਦੇ। ਕਿਲੋ ਕਿੱਥੇ ਜੀ, ਉਹ ਤਾਂ ਮੈਂ ਬਸ ਬੁੱਕ ਭਰ ਕੇ ਦੇਣ ਦੇ 250 ਦਾ। ਉਹ ਇੰਨਾ ਕੁ ਬਣ ਗਿਆ, ਚਲੋ 500 ਦਾ ਕਹਿ ਦਿਓ ਜੀ,
ਪਰ 8 ਤੋਂ ਇੱਕਦਮ ਇੰਨਾ ਭਾਅ ਜੇ ਵੱਧਦਾ, MRP ਤੈਅ ਕਰਨ ਲੱਗਿਆ, ਇਹ ਆਖਣਾ ਜੀ MRP ਦੇ ਉੱਤੇ ਲਿਖਿਆ ਉਹਦੇ ਮੁਤਾਬਕ ਵੇਚ ਰਿਹਾ ਜੀ। ਪਰ ਜੇ MRP 5 ਰੁਪਏ ਵਾਲੀ ਚੀਜ਼ ਦੀ 105 ਰੁਪਏ ਜਾਂ 205 ਰੁਪਏ ਲਿਖ ਦਿੱਤੀ ਜਾਵੇ ਤੇ ਬੇਈਮਾਨੀ ਤਾਂ ਉੱਥੇ ਹੀ ਹੋ ਜਾਂਦੀ ਹੈ। ਇਹ ਆਖਣਾ ਕਿ ਲਿਖੇ ਰੇਟ ਮੁਤਾਬਕ ਵੇਚ ਰਿਹਾ, ਇਹ ਤਾਂ ਕੋਈ ਗੱਲ ਹੀ ਨਹੀਂ ਗੀ। ਇਹ ਜਿਹੜਾ ਰੇਟ ਲਿਖਿਆ ਗਿਆ ਸੀ ਇਹ ਕਿਤੋਂ ਪੁੱਛ ਕੇ ਲਿਖਿਆ ਸੀ? ਸਰਕਾਰ ਦੀਆਂ ਏਜੰਸੀਆਂ ਇਹੋ ਜਿਹੀ ਹੇਰਾਫੇਰੀ 'ਚ ਸ਼ਾਮਲ ਹੋ ਰਹੀਆਂ ਨੇ, ਉਹਦੇ ਬਾਰੇ ਸਰਕਾਰ ਕੋਈ ਰੋਕ ਨਹੀਂ ਲਾ ਰਹੀ। ਇਹਦਾ ਕਰਕੇ ਜਿਹੜਾ ਨਵਾਂ ਸਿਸਟਮ ਹੈ ਹੁਣ ਵਾਲਾ, ਇਹਦੇ ਵਿੱਚ ਕਿਸਾਨ ਵੀ ਰਗੜਿਆ ਜਾਣਾ, ਇਹਦੇ ਵਿੱਚ ਲੈ ਕੇ ਖਾਣ ਵਾਲਾ ਵੀ ਰਗੜਿਆ ਜਾਣਾ ਜੀ। ਵਿਚਕਾਰਲੇ ਜਿਹੜੇ ਆ ਜਿਨ੍ਹਾਂ ਨੂੰ ਸਰਕਾਰ ਕਹਿੰਦੀ ਅਸੀਂ ਵਿਚੋਲੇ ਖਤਮ ਕਰਨੇ ਆ, ਕਹਿੰਦੀ ਆ ਜਿਹੜੇ ਧਰਨੇ 'ਤੇ ਬੈਠੇ ਦਲਾਲ ਨੇ, ਧਰਨੇ 'ਤੇ ਕੋਈ ਦਲਾਲ ਨਹੀਂ ਬੈਠਾ, ਧਰਨੇ ਦੇ ਉੱਤੇ ਕਿਸਾਨ ਬੈਠੇ ਨੇ। ਦਲਾਲੀ ਕਰਨ ਵਾਲੇ ਲੋਕ ਸਰਕਾਰ ਦੇ ਘਰੇ ਘਰੇ ਟੀਮਾਂ ਬਣਾ ਕੇ ਨੱਚਦੇ ਫਿਰਦੇ ਆ, ਉੱਤੋਂ ਮਾਲ ਛਕ ਜਾਣਾ ਅੰਬਾਨੀ ਅਡਾਨੀ ਨੇ, ਥੱਲੇ ਲੁੱਟੇ ਜਾਣਾ ਕਿਸਾਨ ਨੇ ਵੀ, ਤੇ ਜਿਹਨਾਂ ਲੈ ਕੇ ਖਾਣਾ ਉਹਨਾਂ ਵੀ। ਬਿਲਕੁਲ ਅਸਲੀ ਕਹਾਣੀਆਂ ਵਾ। ਅੱਛਾ, ਇੱਕ ਚੀਜ਼ ਇਹਦੇ 'ਚ ਬੰਸਾ ਮੈਨੂੰ ਜਿਹੜੀ ਚੀਜ਼ ਜੁੜਦੀ ਲੱਗਦੀ ਹੈ, ਕਿਉਂਕਿ ਸਮਝਾਓਗੇ ਤੇ ਹੁਣ ਤੁਸੀਂ, ਜਦੋਂ ਸਰਕਾਰ ਇਹ ਕਹਿੰਦੇ ਆ ਵੀ ਜਿਹੜਾ ਆਪਣਾ ਪ੍ਰੋਕਿਊਰਮੈਂਟ ਵਾਲਾ ਕੰਮ ਆਪਾਂ ਇਹਦੇ 'ਚੋਂ ਵੀ ਬਾਹਰ ਹੋ ਜਾਈਏ, ਪ੍ਰਾਈਵੇਟ ਹੱਥਾਂ 'ਚ ਦੇ ਦਈਏ, ਪ੍ਰਾਈਵੇਟ ਮੰਡੀਆਂ ਆ ਜਾਣ, ਆਪੇ ਵਪਾਰੀ ਵੀ ਪ੍ਰਾਈਵੇਟ ਖਰੀਦਣਗੇ ਵੀ ਵਪਾਰੀ ਸੰਭਾਲਣਗੇ ਵੀ ਵਪਾਰੀ ਤੇ ਵੰਡਣਗੇ ਵੀ ਵਪਾਰੀ, ਆਪਾਂ ਬਾਹਰ। ਹੁਣ ਦੂਸਰੇ ਪਾਸੇ ਜਿਹੜੀ ਸਰਕਾਰ ਦੀ ਉਹ ਵਾਲੀ ਨੀਤੀ ਹੈ ਕਿ ਜਿਹੜੀਆਂ ਸਰਕਾਰੀ ਕੰਪਨੀਆਂ ਨੇ, ਪਬਲਿਕ ਸੈਕਟਰ ਦੀਆਂ ਜਿਹੜੀਆਂ ਕੰਪਨੀਆਂ ਨੇ, ਆਪਾਂ ਉਹਨਾਂ ਤੋਂ ਵੀ ਹੱਥ ਖਿੱਚ ਲੈਣਾ। ਹੁਣ ਜਿੱਦਾਂ ਇਹਦੇ 'ਚ ਇਹ ਵੀ ਜ਼ਿਕਰ ਚੱਲਿਆ ਅੱਜ ਕਿ ਵੀ ਜਿਹੜੀਆਂ ਸਰਕਾਰੀ ਕੰਪਨੀਆਂ ਨੇ ਉਹਨਾਂ ਦੀ ਗਿਣਤੀ ਘਟਾਤੀ ਜਾਊਗੀ, ਬੈਂਕਾਂ ਦੀ ਘਟਾਤੀ, ਕੰਪਨੀਆਂ ਦੀ ਘਟਾਤੀ। ਫਿਰ ਸਰਕਾਰ ਹਰੇਕ ਕੰਮ ਤੋਂ ਵਿਹਲਿਆਂ ਹੋ ਕੇ ਤੇ ਹਰ ਚੀਜ਼ ਪ੍ਰਾਈਵੇਟ ਕਰਨ ਵਾਲੇ ਪਾਸੇ ਜਿੱਧਰ ਤੁਰ ਪਈ ਆ, ਇਹਦਾ ਦੇਸ਼ ਨੂੰ ਕਿੰਨਾ ਕੁ ਫਾਇਦਾ ਹੋਊਗਾ? ਦੇਖੋ, ਸਰਕਾਰ ਨੇ ਸ਼ੁਰੂਆਤ ਕੀਤੀ ਸੀ ਅਟਲ ਬਿਹਾਰੀ ਵਾਜਪਾਈ ਦੀ ਜਦੋਂ ਸਰਕਾਰ ਹੁੰਦੀ ਸੀ ਜੀ। ਉਦੋਂ ਪਹਿਲਾਂ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਦੇਵਗੌੜਾ ਤੇ ਗੁਜਰਾਲ ਤੱਕ ਕੇਂਦਰੀ ਸਰਕਾਰ ਦੇ ਵਿੱਚ ਇੱਕ ਮੰਤਰੀ ਪਬਲਿਕ ਸੈਕਟਰ ਅਦਾਰਿਆਂ ਬਾਰੇ ਹੁੰਦਾ ਸੀ, ਸਰਕਾਰੀ ਅਦਾਰਿਆਂ ਬਾਰੇ। ਮਿਨਿਸਟਰੀ ਆਫ ਪਬਲਿਕ ਅੰਡਰਟੇਕਿੰਗ ਅਫੇਅਰਸ। ਜਦੋਂ ਵਾਜਪਾਈ ਸਰਕਾਰ ਆਈ ਤੇ ਉਹਨਾਂ ਨੇ ਉਹ ਮਿਨਿਸਟਰੀ ਖਤਮ ਕਰਤੀ, ਉਹਦੀ ਥਾਂ ਤੇ ਮਿਨਿਸਟਰੀ ਆਫ ਡਿਸਇਨਵੈਸਟਮੈਂਟ ਸ਼ੁਰੂ ਕੀਤੀ, ਜਿਹਦਾ ਕੰਮ ਇਹ ਆ ਕਿ ਜਿੱਥੇ ਜਿੱਥੇ ਸਰਕਾਰੀ ਪੂੰਜੀ ਲੱਗੀ ਆਪਾਂ ਕੱਢਣੀਆਂ ਕੰਪਨੀਆਂ ਪ੍ਰਾਈਵੇਟਾਈਜ਼ ਕਰ ਦੇਣਾ। ਉਦੋਂ ਹਿੰਦੁਸਤਾਨ ਐਲੂਮੀਨੀਅਮ ਕੰਪਨੀ, ਭਾਰਤ ਐਲੂਮੀਨੀਅਮ ਕੰਪਨੀ, ਕੁਝ ਹੋਟਲ ਜਿਹੜੇ ਸੀ ਭਾਰਤ ਸਰਕਾਰ ਦੇ, ਹਿੰਦੁਸਤਾਨ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਕਾਰਪੋਰੇਸ਼ਨ ਦੇ, ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ, ਉਹ ਵੇਚਣੇ ਸ਼ੁਰੂ ਕੀਤੇ। ਉਹਦੇ ਤੋਂ ਤੁਰਦਿਆਂ ਤੁਰਦਿਆਂ ਹੁਣ ਆ ਗਈ ਆ ਨਰਿੰਦਰ ਮੋਦੀ ਸਰਕਾਰ ਜੀ। ਇਹਨਾਂ ਨੇ ਏਅਰ ਇੰਡੀਆ ਵਿਕਾਊ ਲਾਈ ਹੈ, ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ ਵਿਕਾਊ ਲਾਈ ਹੈ, ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਵਿਕਾਊ ਲਾਈ ਹੈ। ਇੱਦਾਂ ਕਰਦਿਆਂ ਕਰਦਿਆਂ ਕਈ ਕੰਪਨੀਆਂ ਨੇ ਵਿਕਾਊ ਲਾਈਆਂ ਨੇ। ਹੁਣ ਜਿਹੜੇ ਬਜਟ ਦਾ ਭਾਸ਼ਣ ਦਿੱਤਾ ਖਜ਼ਾਨਾ ਮੰਤਰੀ ਬੀਬੀ ਨਿਰਮਲਾ ਸੀਤਾਰਮਨ ਨੇ ਜੀ, ਉਹਦੇ ਵਿੱਚ ਉਹਨੇ ਸਿੱਧਾ ਸੰਕੇਤ ਇਹ ਦੇ ਦਿੱਤਾ ਕਿ ਇਸ ਵੇਲੇ 300 ਦੇ ਕਰੀਬ ਇਹੋ ਜਿਹੀਆਂ ਕੰਪਨੀਆਂ ਨੇ ਜਿਹੜੀਆਂ ਭਾਰਤ ਸਰਕਾਰ ਦੀਆਂ ਪਬਲਿਕ ਅੰਡਰਟੇਕਿੰਗ ਸਮਝੀਆਂ ਜਾਂਦੀਆਂ। ਉਹਨਾਂ ਦੇ ਵਿੱਚ ਭਾਰਤ ਸਰਕਾਰ ਦੀ ਇੰਨੀ ਸਟੇਕ ਹੈ ਕਿ ਫੈਸਲੇ ਕਰਨ ਵਾਲੀ ਤਾਕਤ ਭਾਰਤ ਸਰਕਾਰ ਦੇ ਕੋਲ ਹੈ। ਇਹਨਾਂ ਕੰਪਨੀਆਂ ਨੂੰ ਕੁਝ ਨੂੰ ਘਟਾ ਕੇ ਇੱਕ ਦੂਜੀ 'ਚ ਰਲਾ ਦੇਣਾ, ਕੁਝ ਨੂੰ ਪ੍ਰਾਈਵੇਟਾਈਜ਼ ਕਰ ਦੇਣਾ, ਜਿੱਦਾਂ ਏਅਰ ਇੰਡੀਆ ਜੀ, ਮੈਂ 3-4 ਹੋਰ ਗਣਾਈਆਂ ਨੇ, ਇਹ ਪ੍ਰਾਈਵੇਟਾਈਜ਼ ਕਰ ਦੇਣੀਆਂ ਤੇ ਲੈ ਦੇ ਕੇ ਭਾਰਤ ਸਰਕਾਰ ਆਪਣੇ ਕੋਲ ਸਰਕਾਰੀ ਖੇਤਰ ਦੀਆਂ ਸਿਰਫ 2 ਦਰਜਨ ਕੰਪਨੀਆਂ ਰੱਖਣਾ ਚਾਹੁੰਦੀ ਹੈ। 2 ਦਰਜਨ ਦਾ ਮਤਲਬ ਕਿ 24 ਜੀ। 300 ਤੋਂ ਘਟਾ ਕੇ ਜਦੋਂ 24 ਤੇ ਲੈ ਆਓਗੇ, ਬਾਕੀ ਕੰਪਨੀਆਂ ਦੇ ਮੁਲਾਜ਼ਮ ਕਿੱਥੇ ਜਾਣਗੇ? ਜਦੋਂ ਤੁਸੀਂ ਕੋਈ ਕੰਪਨੀ ਪ੍ਰਾਈਵੇਟਾਈਜ਼ ਕਰਦੇ ਆ, ਇਕੱਲੀ ਕੰਪਨੀ ਨਹੀਂ ਕਰਦੇ, ਜਿਹਦੀ ਉਹਦੀ ਪ੍ਰਾਪਰਟੀ ਹੁੰਦੀ ਆ ਉਹ ਵੀ ਸਾਰੀ ਘੱਟ ਮੁੱਲ ਪਾ ਕੇ, ਜੇ ਫਰਜ਼ ਕਰੋ 60,000 ਕਰੋੜ ਦੀ ਹੋਵੇ ਤੇ ਤੁਸੀਂ 36,000 ਕਰੋੜ ਦੇ ਉੱਤੇ, ਅਬਲ ਤਾਂ ਇਹ ਤੋਂ ਵੀ ਘੱਟ ਦੇ ਉੱਤੇ ਇੱਕ ਸਰਮਾਏਦਾਰ ਨੂੰ ਵੇਚ ਦਿੰਦੇ ਆ ਜੀ। ਪਹਿਲਾ ਮੁਨਾਫਾ ਤੇ ਉਹਨੂੰ ਇਹੋ ਹੀ ਹੋ ਗਿਆ ਕਿ ਇੰਨੀ ਵੱਧ ਕੀਮਤ ਦੀ ਪ੍ਰਾਪਰਟੀ ਉਹਨੂੰ ਇੰਨੀ ਘੱਟ ਕੀਮਤ ਮਿਲ ਗਈ। ਅੱਗੋਂ ਜਿਹੜੇ ਮੁਲਾਜ਼ਮ ਨੇ ਜਿਹੜੇ ਸਰਕਾਰੀ ਅਦਾਰੇ 'ਚ ਭਰਤੀ ਹੋਏ ਸੀ ਜੀ, ਉਹਨਾਂ ਸਾਰਿਆਂ ਨੂੰ, ਉਹ ਇਨਸਾਨ ਨੇ, ਜਾਨਵਰ ਤਾਂ ਨਹੀਂ ਕਿ ਉਹਨਾਂ ਦਾ ਰੱਸਾ ਫੜਿਆ ਤੇ ਦੂਜੇ ਮਾਲਕ ਨੂੰ ਫੜਾਤਾ। ਉਹਨਾਂ ਸਾਰਿਆਂ ਨੂੰ ਉਸ ਪ੍ਰਾਈਵੇਟ ਕੰਪਨੀ ਦੇ ਕਰਿੰਦੇ ਬਣਾ ਦਿੰਦੇ ਆ, ਜਿਹੜੀ ਪ੍ਰਾਈਵੇਟ ਕੰਪਨੀ ਪੂਰੀਆਂ ਤਨਖਾਹਾਂ ਵੀ ਨਹੀਂ ਦਿੰਦੀ, ਪੂਰੀਆਂ ਸਹੂਲਤਾਂ ਵੀ ਨਹੀਂ ਦਿੰਦੀ, ਜੀ। ਅੱਗੋਂ ਸਰਵਿਸ ਸਿਕਿਉਰਿਟੀ ਦੀ ਕੋਈ ਗਰੰਟੀ ਨਹੀਂ, ਪੈਨਸ਼ਨਾਂ ਦੀ ਕੋਈ ਗਰੰਟੀ ਨਹੀਂ, ਤੁਸੀਂ ਉਹਦੇ ਹਵਾਲੇ ਕਰ ਦਿੰਦੇ ਆ। ਇਹ ਸਾਰਾ ਕੁਝ ਕੀ ਹੈ? ਗਲਤ ਹੋ ਰਿਹਾ। ਪਰ ਖਜ਼ਾਨਾ ਮੰਤਰੀ ਪ੍ਰਧਾਨ ਮੰਤਰੀ ਦੇ ਅਸ਼ੀਰਵਾਦ ਨਾਲ ਬਜਟ ਪੇਸ਼ ਕਰਨ ਲੱਗਿਆ ਇਸ ਗੱਲ ਦਾ ਸੰਕੇਤ ਦੇ ਚੁੱਕੀ ਹੈ ਕਿ 300 ਕੰਪਨੀਆਂ ਨਹੀਂ ਰਹਿਣੀਆਂ, ਹੁਣ ਤਾਂ ਬਸ 2-3 ਦਰਜਨਾਂ ਤੱਕ ਅਸੀਂ ਸੀਮਿਤ ਕਰ ਦੇਣਾ, ਬਾਕੀ ਗਏ। ਇਹ 'ਚ ਬੈਂਕਾਂ ਵੀ ਘਟ ਰਹੀਆਂ ਨੇ। ਜੀ। ਅੱਛਾ, ਇੱਕ ਮਿੰਟ ਸਾਹਿਬ, ਇਹ ਸਾਰੇ ਕੁਛ ਤੋਂ ਇਨਵੈਸਟਮੈਂਟ ਡਿਸਇਨਵੈਸਟਮੈਂਟ ਤੋਂ ਵੱਖਰਾ ਵਿਸ਼ਾ, ਉਹ ਵਿਸ਼ਾ ਇੱਕ ਪੰਜਾਬ ਦੀ ਕੁੜੀ ਨਾਲ ਸੰਬੰਧਿਤ, ਜਿਹੜੀ ਕਿ ਇਸੇ ਜਨਵਰੀ ਮਹੀਨੇ ਕੋਈ 12 ਤਰੀਕ ਦੇ ਲਾਗੇ ਬੰਨੇ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤੀ ਹੈ। ਤੇ ਉਸ ਤੋਂ ਬਾਅਦ ਉਹਦਾ ਜਿਹੜਾ ਰੌਲਾ ਹੈ ਉਹ ਇਸ ਵਕਤ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ ਕਿ ਜੀ ਉਹਦੇ ਬਾਰੇ ਕੋਈ ਗੱਲ ਕਿਉਂ ਨਹੀਂ ਕਰਦਾ, ਉਹਨੂੰ ਕਿਉਂ ਹਿਰਾਸਤ 'ਚ ਰੱਖਿਆ, ਉਹਦੇ 'ਤੇ ਜੋ ਤਸ਼ੱਦਦ ਹੋਇਆ ਕਿਉਂ, ਉਹ ਕਿੱਸਾ ਕੀ ਆ, ਕਹਾਣੀ ਕੀ ਆ, ਤੇ ਗੱਲ
ਕਿੱਥੇ ਕਿਤੇ ਜਾ ਕੇ ਅੜੀ ਆ ਹੁਣ? ਉਹ ਕੁੜੀ ਮਜ਼ਦੂਰਾਂ ਦੀ ਲੀਡਰ ਹੈ। ਉਹਨੇ ਦਿੱਲੀ ਦੇ ਇੰਡਸਟਰੀਅਲ ਏਰੀਏ 'ਚ ਮਜ਼ਦੂਰਾਂ ਦੀ ਹੜਤਾਲ ਦੀ ਅਗਵਾਈ ਕੀਤੀ, ਮਜ਼ਦੂਰਾਂ ਦੀਆਂ ਮੰਗਾਂ ਵਾਸਤੇ ਜਿਹੜਾ ਸੰਘਰਸ਼ ਚੱਲਦਾ ਉਹਦੀ ਅਗਵਾਈ ਕੀਤੀ। ਅਸੀਂ ਪੰਜਾਬ ਵਿੱਚ ਵੀ ਵੇਖਦੇ ਨੇ, ਹੋਰ ਥਾਵਾਂ 'ਤੇ ਵੀ ਮਜ਼ਦੂਰ ਜਦੋਂ ਵੀ ਇਸ ਤਰ੍ਹਾਂ ਸੰਘਰਸ਼ ਲੜਦੇ ਨੇ, ਉਹਨਾਂ ਦੀ ਅਗਵਾਈ ਕਰਨ ਵਾਲੇ ਆਦਮੀ ਹੋਣ ਜਾਂ ਔਰਤਾਂ ਹੋਣ ਜੀ, ਉਹਨਾਂ 'ਤੇ ਝੂਠੇ ਸੱਚੇ ਕੇਸ ਬਣਾਏ ਜਾਂਦੇ ਆ। ਉਹ ਕੁੜੀ ਜਿੰਨੀ ਸ਼ਾਨਦਾਰ ਅਗਵਾਈ ਕਰ ਰਹੀ ਸੀ, ਉਹਦੇ ਤੋਂ ਦਿੱਲੀ ਦੇ ਕਾਰਖਾਨੇਦਾਰ ਬਹੁਤ ਤੰਗ ਸਨ। ਉਹ ਇਹ ਸਮਝਦੇ ਸੀ ਕਿ ਇਹਦੇ ਨਾਲ ਮਜ਼ਦੂਰਾਂ ਦੀ ਲਹਿਰ ਅੱਗੇ ਵਧ ਰਹੀ ਹੈ ਅਤੇ ਸਾਨੂੰ ਪੂਰੀਆਂ ਤਨਖਾਹਾਂ ਭੱਤੇ ਪੂਰੇ ਦਿਨ ਪੈ ਸਕਦੇ ਆ। ਉਹਨਾਂ ਨੇ ਸਰਕਾਰ ਦੀ ਪੁਲਿਸ ਨਾਲ ਸਾਜ਼ਿਸ਼ ਕਰਕੇ ਉਸ ਕੁੜੀ ਦੇ ਉੱਤੇ ਕੇਸ ਬਣਵਾ ਦਿੱਤਾ ਕਿਸਾਨਾਂ ਦੀ ਲਹਿਰ ਨਾਲ ਜੁੜੇ ਹੋਣ ਦਾ, ਜੋ ਦੱਸਿਆ ਜਾ ਰਿਹਾ, ਜੋ ਅਖਬਾਰਾਂ 'ਚ ਹੈ। ਇਹਦੇ ਤੋਂ ਬਾਅਦ ਉਸ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਸ ਕੁੜੀ ਨਾਲ ਪੁਲਿਸ ਨੇ ਉੱਥੇ ਅੰਦਰ ਜਾ ਕੇ ਇੱਥੋਂ ਤੱਕ ਕਿ ਸੈਕਸੁਅਲ ਐਕਸਪਲਾਇਟੇਸ਼ਨ ਦੇ ਵੀ ਦੋਸ਼ ਲੱਗਦੇ ਨੇ। ਉਹਨੂੰ ਜੇਲ੍ਹ ਦੇ ਵਿੱਚ ਜਿਵੇਂ ਉਹਦੇ 'ਤੇ ਤਸ਼ੱਦਦ ਕੀਤਾ ਗਿਆ, ਜਿੱਦਾਂ ਉਹਦੇ ਨਾਲ ਹੋਟਿੰਗ ਕੀਤੀ ਗਈ, ਉਹ ਸਾਰਾ ਕੁਝ ਸਾਹਮਣੇ ਆ ਰਿਹਾ। ਪ੍ਰਧਾਨ ਮੰਤਰੀ ਇਹਦੇ ਬਾਰੇ ਨਹੀਂ ਬੋਲੇਗਾ, ਗ੍ਰਹਿ ਮੰਤਰੀ ਇਹਦੇ ਬਾਰੇ ਨਹੀਂ ਬੋਲੇਗਾ। ਮੁਕਤਸਰ ਦੇ ਲੋਕ ਇਸ ਗੱਲ ਦੇ ਉੱਤੇ ਬੜੇ ਉਬਲਦੇ ਪਏ ਨੇ ਕਿ ਸਾਡੇ ਮੁਕਤਸਰ ਦੀ ਧੀ ਨਾਲ ਆ ਕੁਛ ਹੋਇਆ। ਕਿਸੇ ਵੀ ਥਾਂ ਦੇ ਉੱਤੇ ਹੋਵੇ ਤੇ ਉੱਥੇ ਲੋਕ ਕਿਉਂ ਨਾ ਉਬਲਣਗੇ। ਪਰ ਬਦਕਿਸਮਤੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੋਰ ਬਹੁਤ ਸਾਰੀਆਂ ਗੱਲਾਂ ਦੇ ਕਰਦਾ, ਬੋਲਦਾ 36 ਗੱਲਾਂ ਤੇ ਬੋਲਦਾ, ਪਰ ਇਹੋ ਜਿਹੇ ਮੁੱਦਿਆਂ 'ਤੇ ਜਿੱਥੇ ਬੋਲਣਾ ਚਾਹੀਦਾ ਉੱਥੇ ਪ੍ਰਧਾਨ ਮੰਤਰੀ ਸਾਹਿਬ ਨੇ ਬੋਲਣ ਦੀ ਲੋੜ ਹੀ ਨਹੀਂ ਸਮਝੀ। ਮੈਂ ਸਮਝਦਾ ਕਿ ਇਸ ਮਸਲੇ 'ਤੇ ਜਿੰਨੇ ਵੀ ਠੀਕ ਸੋਚ ਵਾਲੇ ਲੋਕ ਆ, ਉਹ ਭਾਵੇਂ ਭਾਰਤ ਦੇ ਹੋਣ, ਭਾਵੇਂ ਵਿਦੇਸ਼ ਦੇ ਹੋਣ, ਭਾਵੇਂ ਕਿਤੋਂ ਦੇ ਹੋਣ, ਉਹਨਾਂ ਸਾਰਿਆਂ ਨੂੰ ਬੋਲਣਾ ਚਾਹੀਦਾ। ਜੇ ਮਸਲਾ ਵਿਦੇਸ਼ ਤੱਕ ਵੀ ਜਾਂਦਾ ਤੇ ਉਹਦੇ ਵਿੱਚ ਵਿਦੇਸ਼ ਵਾਲਿਆਂ ਨੂੰ ਅਸੀਂ ਰੋਕ ਨਹੀਂ ਸਕਦੇ ਬੋਲਣ ਤੋਂ, ਜਿਹੜਾ ਕਿ ਸਾਡੇ ਦੇਸ਼ ਵਿੱਚ ਕੋਈ ਦਖਲ ਨਾ ਦੇਵੇ। ਅੱਗੇ ਵਿਦੇਸ਼ ਵਾਲਿਆਂ ਨੇ ਆ ਕੇ ਇੱਥੇ ਦਖਲ ਕਿੱਥੇ ਦਿੱਤਾ ਭਲਾ? ਕਿਸਾਨਾਂ ਦੇ ਮੁੱਦੇ 'ਤੇ ਗ੍ਰੇਟਾ ਥਨਬਰਗ ਬੋਲੀ ਹੈ, ਇਹਦੇ ਉੱਤੇ ਰਿਹਾਨਾ ਬੋਲੀ ਹੈ, ਇੱਥੇ ਅਮਾਂਡਾ ਬੋਲੀ ਹੈ, ਪਰ ਉਹਨਾਂ ਤੋਂ ਪਹਿਲਾਂ ਕੈਨੇਡਾ ਦਾ ਪ੍ਰਧਾਨ ਮੰਤਰੀ ਵੀ ਬੋਲਿਆ। UN ਦਾ ਸੈਕਟਰੀ ਜਨਰਲ ਜਿਹੜਾ, ਉਹਨੇ ਵੀ ਚਿੰਤਾ ਪ੍ਰਗਟ ਕੀਤੀ ਹੈ। UN ਦੇ ਹਿਊਮਨ ਰਾਈਟਸ ਕਮਿਸ਼ਨ ਦਾ ਹੈੱਡ ਵੀ ਬੋਲਿਆ। ਉਹ ਸਾਰੇ ਲੋਕ ਕਿਉਂ ਬੋਲੇ? ਇਸ ਕਰਕੇ ਬੋਲੇ ਆ ਕਿ ਸਾਡੇ ਦੇਸ਼ ਦੇ ਅੰਦਰ ਇੱਕ ਸਮੱਸਿਆ ਸੀ, ਜਿਹੜੀ ਸਮੱਸਿਆ ਨੂੰ ਸਾਡੀ ਸਰਕਾਰ ਅਜੇ ਤੱਕ ਹੱਲ ਨਹੀਂ ਕਰ ਸਕੀ, ਉਹਨਾਂ ਦੇ ਬੋਲਣ ਤੋਂ ਬਾਅਦ ਵੀ ਨਹੀਂ ਕਰ ਸਕੀ। ਇਹ ਕਰ ਨਹੀਂ ਸਕੇ ਅਤੇ ਜਿਹੜੇ ਦੂਸਰੇ ਨੇ, ਦੂਸਰਿਆਂ ਬਾਰੇ ਸਾਡੇ ਕੋਲ ਜਿਹੜੀਆਂ ਟਿੱਪਣੀਆਂ ਹੁੰਦੀਆਂ ਸੀ, ਅਸੀਂ ਕਰਦੇ ਰਹੇ ਤਾਂ ਦੂਸਰੇ ਕਿਉਂ ਨਾ ਕਰਨਗੇ? ਅਸੀਂ ਬਾਕੀਆਂ ਬਾਰੇ ਕੋਈ ਨਹੀਂ ਟਿੱਪਣੀਆਂ ਕਰਦੇ ਰਹੇ। ਜਦੋਂ ਅਸੀਂ ਅਮਰੀਕਾ ਦੇ ਚੋਣ ਸਿਸਟਮ ਵਿੱਚ ਜਾ ਕੇ ਰਾਸ਼ਟਰਪਤੀ ਟਰੰਪ ਨੂੰ ਦੁਬਾਰਾ ਜਿਤਾਉਣ ਵਾਸਤੇ ਅਪੀਲ ਸਾਡਾ ਪ੍ਰਧਾਨ ਮੰਤਰੀ ਕਰ ਦਿੰਦਾ, ਉੱਥੇ ਲੋਕ ਚੁੱਪ ਕਰਕੇ ਸੁਣ ਲੈਂਦੇ ਆ, ਅਤੇ ਸਾਨੂੰ ਵੀ ਸੁਣਨੀਆਂ ਚਾਹੀਦੀਆਂ। ਇਹਦੇ ਵਿੱਚ ਕੀ ਲੋੜ ਹੈ? ਸੋ ਇਸ ਕੁੜੀ ਦੇ ਸਵਾਲ ਦੇ ਉੱਤੇ ਇੱਥੋਂ ਦੇ ਲੋਕ ਬੋਲਣ ਜਾਂ ਵਿਦੇਸ਼ ਦੇ ਬੋਲਣ, ਜਿਹੜਾ ਵੀ ਕੋਈ ਬੋਲ ਸਕਦਾ, ਉਸ ਕੁੜੀ ਨਾਲ ਜ਼ਿਆਦਤੀ ਹੋ ਰਹੀ ਆ, ਉਹਦੇ ਪੱਖ ਵਿੱਚ ਬੋਲਣਾ ਚਾਹੀਦਾ। ਉਹ ਇਸ ਬੋਲੇ ਜਾਣ ਦੀ ਹੱਕਦਾਰ ਆ, ਉਹਦੇ ਨਾਲ ਹਰ ਕਿਸੇ ਦੀ ਹਮਦਰਦੀ ਹੋਣੀ ਚਾਹੀਦੀ ਆ। ਮੈਂ ਸਮਝਦਾ ਜੇ ਮੁਕਤਸਰ ਦੇ ਲੋਕ ਉੱਠਦੇ ਆ ਤਾਂ ਵੀ, ਜੇ ਪੰਜਾਬ ਦੇ ਲੋਕ ਬੋਲਦੇ ਤਾਂ ਵੀ, ਜਿਹੜਾ ਵੀ ਕੋਈ ਉਸ ਲੜਕੀ ਦੇ ਹੱਕ ਵਿੱਚ ਬੋਲਦਾ, ਉਹ ਕੋਈ ਗਲਤ ਕੰਮ ਨਹੀਂ ਕਰ ਰਿਹਾ, ਉਹ ਠੀਕ ਕਰ ਰਿਹਾ। ਉਸ ਕੁੜੀ ਨੂੰ ਛੱਡਿਆ ਜਾਣਾ ਚਾਹੀਦਾ, ਉੱਤੇ ਝੂਠੇ ਕੇਸ ਵਾਪਸ ਲੈ ਜਾਣੇ ਚਾਹੀਦੇ ਨੇ। ਅੱਛਾ, ਇੱਕ ਹਰਿਆਣੇ ਦੀ ਘਟਨਾ ਪੰਜ ਸਾਹਿਬ ਅੱਜ ਸਾਹਮਣੇ ਆਈ ਆ। ਅਨਿਲ ਵਿਜ ਹੋਰੀ ਉੱਥੋਂ ਦੇ ਗ੍ਰਹਿ ਮੰਤਰੀ ਆ, ਅਤੇ ਪਿਛਲੇ ਸਮੇਂ 'ਚ ਕਿੱਦਾਂ ਦਾ ਉਹਨਾਂ ਦਾ ਸੁਭਾਅ ਸੀਗਾ ਅਤੇ ਕਿਹੋ ਜਿਹੇ ਕਿੱਸਿਆਂ 'ਚ ਉਹ ਫਸਦੇ ਰਹੇ, ਸਾਰਿਆਂ ਨੂੰ ਪਤਾ। ਪਰ ਉਹਨਾਂ ਦਾ ਭਰਾਤਾ ਸ਼੍ਰੀ, ਯਾਨੀ ਕਿ ਭਰਾ, ਉਹ ਵੀ ਕੁਛ ਇਸੇ ਤਰ੍ਹਾਂ ਦੇ ਸੁਭਾਅ ਦਾ ਮਾਲਕ ਆ। ਕਹਿੰਦੇ ਹੁਣ ਕਿਸੇ DIG ਨਾਲ ਕਈ ਬੜੇ ਆਪਸ ਦੇ ਵਿੱਚ ਗੁੱਥਮ ਗੁੱਥੀ ਹੋਏ ਆ, ਅਤੇ ਕੇਸ ਤਾਂ ਚਲੋ ਖੈਰ ਮੰਤਰੀ ਸਾਹਿਬ ਦੇ ਭਰਾ ਨਾਲ ਲੜਿਆ ਅਤੇ DIG 'ਤੇ ਬਣਨਾ, ਉਹ ਕੀ ਕਹਾਣੀ ਆ? ਦੇਖੋ, ਕਹਿੰਦੇ ਆ ਜੀ DIG ਸ਼ਰਾਬੀ ਸੀ ਜੀ, ਮੰਤਰੀ ਦਾ ਭਰਾ ਸ਼ਰਾਬੀ ਕਿ ਨਹੀਂ ਹੈਗਾ, ਇਹ ਖਬਰ ਕਿਸੇ ਨੇ ਨਹੀਂ ਦਿੱਤੀ। ਮੰਤਰੀ ਆਪ ਜਿੱਦਾਂ ਦਾ ਅੜਬੰਗ ਸਾਨੂੰ ਪਤਾ। ਇੱਕ ਵਾਰੀ ਇੱਕ ਮੀਟਿੰਗ ਦੇ ਵਿੱਚ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੇ ਕਹਿ ਦਿੱਤਾ ਸੀ ਗੈਟ ਆਊਟ। ਉਹ ਕਹਿੰਦੀ ਜੀ ਮੈਂ ਨਹੀਂ ਜਾਂਦੀ, ਮੈਂ IAS ਅਫਸਰ ਹਾਂ, ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਦੀ ਅਫਸਰ ਹਾਂ, ਮੈਂ ਸਰਕਾਰੀ ਡਿਊਟੀ ਵਾਸਤੇ ਆਈ ਹਾਂ, ਮੈਂ ਨਹੀਂ ਜਾਂਦੀ ਇੱਥੋਂ, ਮੈਂ ਡਿਊਟੀ ਕਰਕੇ ਜਾਊਂਗੀ। ਤੁਹਾਡੀ ਗੱਲ ਨਾਲ ਮੈਂ ਸਹਿਮਤ ਨਹੀਂ, ਮੈਂ ਥੋੜ੍ਹਾ ਉੱਠ ਕੇ ਚੱਲ ਜਾ। ਕਹਿੰਦਾ ਫਿਰ ਮੈਂ ਉੱਠ ਕੇ ਚੱਲ ਜਾਂਦਾ। ਉਹ ਕਹਿੰਦੀ ਤੁਸੀਂ ਮੰਤਰੀ ਜੇ ਸਰਕਾਰ ਦੇ, ਤੁਹਾਡੇ ਕੋਲ ਤਾਂ ਸਾਰੀਆਂ ਤਾਕਤਾਂ, ਤੁਸੀਂ ਜੋ ਵੀ ਕਰਨਾ ਕਰ ਸਕਦੇ, ਮੈਂ ਥੋੜ੍ਹਾ ਤੁਹਾਨੂੰ ਰੋਕ ਸਕਦੀ ਹਾਂ। ਅਤੇ ਫਿਰ ਉੱਠ ਕੇ ਚਲਾ ਗਿਆ ਸੀ, ਯਾਨੀ ਉਹਨੇ ਕਹਿਤਾ ਸੀ ਜਾਣਾ ਤੂੰ ਜਾ। ਹੁਣ ਉਦੋਂ ਬਾਅਦ ਵੀ ਕਈ ਗੱਲਾਂ 'ਚ ਚਰਚਾ 'ਚ ਰਿਹਾ। ਹੁਣ ਇਹਦਾ ਭਰਾ ਚਰਚਾ 'ਚ ਕਹਿੰਦੇ ਆ ਜੀ DIG ਨੇ ਹੱਥੋਂ ਪਾਈ ਹੋਈ ਆ, ਇਹਦੇ ਭਰਾ ਨੂੰ ਸੱਟਾਂ ਲੱਗੀਆਂ ਨੇ। ਸੱਟਾਂ ਲੱਗੀਆਂ ਜਾਂ ਅਸੀਂ ਕਈ ਵਾਰੀ ਵੇਖਿਆ ਹੋਇਆ ਝਗੜਿਆਂ 'ਚ ਸੱਟਾਂ ਬਣੀਆਂ ਵੀ ਜਾਂਦੀਆਂ, ਜਿਸ ਕੀ ਲਾਠੀ ਉਸ ਕੀ ਭੈਂਸ, ਜਿਹਦੀ ਸਰਕਾਰ ਡਾਕਟਰਾਂ ਤੋਂ ਰਿਪੋਰਟਾਂ ਬਣਵਾ ਸਕਦਾ, ਬਣਾਈਆਂ ਹੋ ਸਕਦੀਆਂ। ਮੈਨੂੰ ਨਹੀਂ ਪਤਾ ਸੱਚ ਕੀ ਹੈ, ਪਰ ਜਿਹੜੀ ਖਬਰ ਆਈ ਆ ਕਿ ਪਾਰਟੀ ਅੱਧੀ ਰਾਤ ਤੋਂ ਬਾਅਦ ਤੱਕ ਚੱਲਦੀ ਰਹੀ, ਕਿ ਇਹਨਾਂ ਵੱਡੇ ਲੋਕਾਂ ਦੇ ਉੱਤੇ ਕੋਈ ਰੂਲ ਅਸੂਲ ਚਾਲੂ ਨਹੀਂ ਹੁੰਦਾ, ਲਾਗੂ ਨਹੀਂ ਹੁੰਦਾ ਜੀ। ਜਦੋਂ ਇਹ ਪਤਾ ਕਿ ਇੰਨੇ ਵਜੇ ਤੋਂ ਬਾਅਦ ਪਾਰਟੀਆਂ ਨਹੀਂ ਚੱਲ ਸਕਦੀਆਂ, ਇਹ ਹੋਟਲਾਂ ਵਾਲਿਆਂ ਦੇ ਦੂਸਰਿਆਂ ਦੇ ਚਲਾਨ ਕਰਵਾਉਂਦੇ ਨੇ, ਅਤੇ ਫਿਰ ਉਹ ਪਾਰਟੀ ਜਿੱਥੇ ਇਹ ਸਨ, ਕਿ ਉਹ ਪਾਰਟੀ ਕਰਨ ਵਾਲਿਆਂ ਦਾ ਚਲਾਨ ਕੀਤਾ ਗਿਆ? ਕਿ ਇਹਨਾਂ ਦੇ ਭਰਾ ਨੂੰ ਕਿਸੇ ਨੇ ਪੁੱਛਿਆ ਕਿ ਇੰਨੇ ਵਜੇ ਰਾਤ ਤੱਕ, ਅੱਧੀ ਰਾਤ ਤੋਂ ਬਾਅਦ ਤੱਕ ਤੂੰ ਉਸ ਪਾਰਟੀ 'ਚ ਕੀ ਕਰਦਾ ਪਿਆ ਸੀ ਜੀ? ਕਿ ਹਰਿਆਣੇ ਦੇ ਵਿੱਚ ਮੰਤਰੀ ਦਾ ਭਰਾ ਹੋਵੇ ਤਾਂ ਸਾਨੂੰ ਉਹਨੂੰ ਸਾਰੇ ਕਾਨੂੰਨਾਂ ਤੋਂ ਛੋਟ ਹੈ। ਦੂਜੀ ਗੱਲ, ਪੁਲਿਸ ਵਾਲਿਆਂ ਨੂੰ ਵੀ ਮੈਂ ਕਹੂੰਗਾ ਕਿ ਜਿਹੜੇ ਪੁਲਿਸ ਵਾਲੇ ਬਹੁਤਾ ਕਰਕੇ ਸਿਆਸੀ ਲੀਡਰਾਂ ਦੇ ਇੰਨਾ ਨੇੜੇ ਜਾਂਦੇ ਨੇ,
ਫਿਰ ਚਾਂਬੜ ਜਾਂਦੇ ਨੇ, ਫਿਰ ਪੀ ਕੇ ਹੱਥੋਂ ਪਾਈ ਕਰਦੇ ਨੇ, ਮੁੜ ਕੇ ਲੱਤਾਂ ਬਾਹਾਂ ਤੜਾਉਂਦੇ ਨੇ। ਸਾਡੇ ਪੰਜਾਬ ਦੇ ਵਿੱਚ ਵੀ ਪਿਛਲੀ ਸਰਕਾਰ ਵੇਲੇ ਇੱਕ ਮੰਤਰੀ ਦੇ ਮਿੱਤਰਾਂ ਨੇ ਇੱਕ ਪੁਲਿਸ ਅਫਸਰ ਨੂੰ ਐਸਐਸਪੀ ਰੈਂਕ ਦੇ ਨੂੰ ਕੁੱਟਿਆ ਤੇ ਕੁੱਟਣ ਤੋਂ ਬਾਅਦ ਪੌੜੀਆਂ ਤੋਂ ਥੱਲੇ ਸੁੱਟਤਾ ਤੇ ਉਹਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਸੀ ਤੇ ਫਿਰ ਉਹ ਤੇ ਇੰਨਾ ਦਬਾਅ ਸੀ ਕਿ ਉਹ ਹਸਪਤਾਲ 'ਚ ਪਿਆ ਆਖੀ ਜਾਂਦਾ ਸੀ, ਨਹੀਂ ਮੇਰਾ ਪੈਰ ਹੀ ਤਿਲ ਗਿਆ। ਪੱਤਰਕਾਰ ਕਹਿੰਦੇ ਸੀ ਅਸੀਂ ਤਾਂ ਜੀ CCTV ਦੀ ਫੁਟੇਜ ਵੇਖ ਕੇ ਆਏ, ਉੱਥੇ ਤੇਰੇ ਨਾਲ ਜੋ ਕੁਛ ਹੋਈ ਆ ਜਿੱਦਾਂ ਤੈਨੂੰ ਸੁੱਟਿਆ ਗਿਆ। ਕਹਿੰਦੇ ਤੁਹਾਨੂੰ ਭੁਲੇਖਾ ਲੱਗਾ, ਮੇਰਾ ਪੈਰ ਹੀ ਤਿਲਕਿਆ ਸੀ। ਉਹ ਅਖੀਰ ਤੱਕ ਜਿਹੜੀ ਇਹ ਸਿਆਸੀ ਲੀਡਰਾਂ ਦੀ ਦਹਿਸ਼ਤ ਹੈ ਇਸ ਤਰ੍ਹਾਂ ਦੀ ਪੁਲਿਸ ਅਫਸਰਾਂ ਤੇ ਸਿਵਲ ਅਫਸਰਾਂ ਤੇ, ਇਹ ਘਟਣੀ ਚਾਹੀਦੀ ਹੈ। ਲੋਕਤੰਤਰ ਦਾ ਸੱਤਿਆਨਾਸ਼ ਕਰ ਦੇਗੀ ਜੀ। ਤੇ ਇੱਕ ਪਾਸੇ ਸਾਹਿਬ ਜਾਂਦੇ ਜਾਂਦੇ ਟਰੰਪ ਹੋਰਾਂ ਦੀ ਗੱਲ ਕਰ ਲਈਏ। ਖੈਰ ਹੁਣ ਤਾਂ ਵਿਚਾਰਾ ਬੰਦਾ ਰਾਸ਼ਟਰਪਤੀ ਰਿਹਾ ਨਹੀਂ, ਪਰ ਹੁਣ ਕਹਿੰਦੇ ਜਾਣ ਤੋਂ ਬਾਅਦ ਵੀ ਜਿਸ ਹਿਸਾਬ ਨਾਲ ਉਹਨੂੰ ਦਰਕਨਾਰ ਕੀਤਾ ਜਾ ਰਿਹਾ, ਕੋਈ ਸਿਕਿਉਰਿਟੀ ਵਾਲੀਆਂ ਫਾਈਲਾਂ ਕਹਿੰਦੇ ਉਹ ਵੀ ਨਹੀਂ ਦੇਖ ਸਕਦਾ, ਸੋਸ਼ਲ ਮੀਡੀਆ ਦੇ ਉੱਪਰ ਵੀ ਜਾਣ ਦੀ ਗੱਲ ਸੀ, ਉੱਧਰੋਂ ਵੀ ਉਹਨੂੰ ਪਾਸੇ ਕਰਤਾ। ਉਹਦੇ ਹਾਲਾਤ ਕਿੱਦਾਂ ਦੇ ਚੱਲਦੇ ਪਏ ਇਸ ਵੇਲੇ? ਦੇਖੋ, ਅਮਰੀਕਾ 'ਚ ਇੱਕ ਰਵਾਇਤ ਹੈ ਕਿ ਜਿਹੜਾ ਰਾਸ਼ਟਰਪਤੀ ਮਿਆਦ ਪੂਰੀ ਕਰਕੇ ਰਿਟਾਇਰ ਹੁੰਦਾ ਉਹਨੂੰ ਬਾਅਦ 'ਚ ਇਸ ਗੱਲ ਦੀ ਖੁੱਲ੍ਹ ਦਿੱਤੀ ਜਾਂਦੀ ਹੈ ਕਿ ਜੇ ਉਹ ਸੀਕਰਟ ਫਾਈਲਾਂ ਕੋਈ ਖਾਸ ਸੂਚਨਾਵਾਂ ਮੰਗੇ ਤੇ ਸਰਕਾਰ ਦੇ ਅਫਸਰ ਇਨਕਾਰ ਨਹੀਂ ਕਰਨਗੇ, ਉਹਨੂੰ ਦੇ ਦੇਣਗੇ। ਜੋ ਬਾਈਡਨ ਨੇ ਆ ਕੇ ਇਹ ਰੋਕ ਲਾਤੀ ਹੈ ਕਿ ਜੇ ਡੋਨਲਡ ਟਰੰਪ ਸਾਬਕਾ ਰਾਸ਼ਟਰਪਤੀ ਕੋਈ ਵੀ ਸੂਚਨਾ ਮੰਗੇ, ਜੋ ਸੂਚਨਾ ਖੁਫੀਆ ਤੈਨੂੰ ਬਿਲਕੁਲ ਨਹੀਂ ਦੇਣੀ। ਉਹਨੇ ਇੱਕ TV ਇੰਟਰਵਿਊ 'ਚ ਆਖਿਆ, ਕਹਿੰਦਾ ਇਹਦਾ ਪਤਾ ਹੀ ਕੋਈ ਨਹੀਂਗਾ ਕਿਹੜੀ ਗੱਲ ਕਦੋਂ ਕਿੱਥੇ ਕਹਿ ਦੇਵੇ, ਇਹਨੂੰ ਅਸੀਂ ਕੋਈ ਖੁਫੀਆ ਸੂਚਨਾ ਦੇ ਦਈਏ, ਇਹ ਉੱਥੇ ਜਾ ਕੇ ਭੁੜ ਕੇ ਉਹ ਗੱਲ ਦੱਸ ਦੇਵੇ। ਵਿੱਚੋਂ ਗੱਲ ਇਹ ਨਿਕਲੀ ਆ ਕਿ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਹੁੰਦਾ ਸੀ ਉਦੋਂ ਵੀ ਉੱਥੋਂ ਦੀਆਂ ਸਿਕਿਉਰਿਟੀ ਏਜੰਸੀ, ਉਹਨਾਂ ਦੀਆਂ ਖੁਫੀਆ ਏਜੰਸੀਆਂ ਇਹਨੀਆਂ ਸਾਰੀਆਂ ਸੂਚਨਾਵਾਂ ਨਹੀਂ ਸੀ ਦਿੰਦੀਆਂ, ਇਹ ਤੋਂ ਲੁਕਾ ਕੇ ਰੱਖਦੇ ਸੀ। ਹਫ਼ਤੇ 'ਚ ਇੱਕ ਦਿਨ ਉਹਨਾਂ ਦੇ ਅਫਸਰ ਵਾਰੀ ਜਾਂਦੇ ਸੀ, ਕੁਝ ਚੋਣਵੀਆਂ ਸੂਚਨਾਵਾਂ ਦੇ ਆਉਂਦੇ ਸੀ, ਬਾਕੀ ਇਹ ਤੋਂ ਲੁਕਾਉਂਦੇ ਸੀ ਕਿਉਂਕਿ ਇਹਦਾ ਪਤਾ ਹੀ ਕੋਈ ਨਹੀਂ ਕਿ ਕਦੋਂ ਤੈਸ਼ ਵਿੱਚ ਆ ਕੇ ਕਿਹੜੀ ਗੱਲ ਕਿੱਥੇ ਕਹਿ ਦੇਵੇ। ਕੋਈ ਗੱਲ ਦੇਸ਼ ਦੇ ਹਿੱਤਾਂ ਦੇ ਖਿਲਾਫ ਵੀ ਕਹਿ ਸਕਦਾ। ਜਿਹੜਾ ਬੰਦਾ ਯੂਕਰੇਨ ਦੇ ਰਾਸ਼ਟਰਪਤੀ ਨੂੰ ਇਸ ਤਰ੍ਹਾਂ ਦਾ ਟੈਲੀਫੋਨ ਕਰ ਸਕਦਾ ਕਿ ਰਾਸ਼ਟਰਪਤੀ ਚੋਣ 'ਚ ਅਮਰੀਕਾ ਦੇ ਜੋ ਬਾਈਡਨ ਨੇ ਮੇਰੇ ਖਿਲਾਫ ਖਲੋਣਾ ਤੇ ਤੈਨੂੰ ਮੈਂ ਪੈਸੇ ਵੀ ਤੇ ਜੋ ਕੋਈ ਤੂੰ ਆਖ ਸਾਰੇ ਕਿਸਮ ਦੀ ਤੇਰੀ ਮਦਦ ਕਰੂੰਗਾ, ਤੂੰ ਜੋ ਬਾਈਡਨ ਦੇ ਮੁੰਡੇ ਦੇ ਉੱਤੇ ਝੂਠਾ ਕੇਸ ਬਣਾ ਦੇ ਜੀ, ਔਰ ਉਹ ਸਾਰੀ ਰਿਕਾਰਡਿੰਗ ਫੜੀ ਜਾ ਸਕਦੀ ਹੈ। ਜਿਹੜੇ ਅਫਸਰਾਂ ਗੱਲ ਕੀਤੀ ਹੈ, ਕਰਵਾਈ ਹੈ, ਉਹ ਗਵਾਹੀ ਦੇ ਸਕਦੇ ਆ ਤੇ ਉਸ ਡੋਨਲਡ ਟਰੰਪ ਤੋਂ ਹੋਰ ਆਸ ਵੀ ਕੀ ਰੱਖੀ ਜਾ ਸਕਦੀ ਹੈ। ਮੇਰਾ ਖਿਆਲ ਜੋ ਬਾਈਡਨ ਨੇ ਜਿਹੜਾ ਇਹ ਫੈਸਲਾ ਕੀਤਾ ਉਹਦੇ ਉੱਤੇ ਰੋਕ ਲਾਉਣ ਦਾ ਕਿ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਦੇਣੀ, ਉਹ ਫੈਸਲਾ ਠੀਕ ਹੈ। ਜਿੱਦਾਂ ਦਾ ਬੰਦਾ ਉੱਦਾਂ ਜਿਹੋ ਜਿਹਾ ਸਿਰ ਹੋ ਜਾ ਸਰਵਾਰਨਾ ਜੋ ਬਾਈਡਨ ਨੇ ਕਰਤਾ। ਤੁਸੀਂ ਸਮਾਂ ਕੱਢਿਆ ਪੰਜ ਸਾਹਿਬ, ਬਹੁਤ ਧੰਨਵਾਦ ਜੀ। ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।